ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ, ਸਮੂਹ ਸ਼ਹੀਦ ਸਿੰਘ ਫੌਜਾਂ ਤਿੰਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ। ਸੋ ਖਾਲਸਾ ਜੀ, ਇਹ ਚਾਰ ਯੁੱਗ ਨੇ ਜਿਹੜੇ ਵਾਰ-ਵਾਰ ਘੁੰਮਦੇ ਨੇ। ਹੁਣ ਜਿਵੇਂ ਕਈ ਕਹਿੰਦੇ ਨੇ ਕਿਹੜਾ ਸਤਯੁਗ ਹੈ, ਕਿਹੜਾ ਤ੍ਰੇਤਾ ਤੇ ਕਿਹੜਾ ਦੁਆਪਰ ਹੈ ਤੇ ਕਿਹੜਾ ਕਲਯੁਗ ਹੈ। ਇਹ ਚਾਰ ਹੀ ਯੁੱਗ ਨੇ। ਜਦੋਂ ਕਲਯੁਗ ਦੀ ਸਮਾਪਤੀ ਹੋਵੇਗੀ, ਕਲਯੁਗ ਪੂਰੀ ਉਮਰ ਨਹੀਂ ਭੋਗਦਾ। ਕਲਯੁਗ ਦੀ ਪੂਰੀ ਉਮਰ ਹੈ 4,32,000 ਸਾਲ। ਸੋ ਇਹ ਇੰਨੀ ਉਮਰ ਕਦੇ ਨਹੀਂ ਇਹਨੇ ਭੋਗੀ। ਇਸ ਤੋਂ ਪਹਿਲਾਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਇਹ ਕਲਯੁਗ ਅੱਧੇ ਵਿੱਚ ਖਤਮ ਹੋ ਜਾਂਦਾ ਅਤੇ ਸਤਯੁਗ ਵਰਤ ਜਾਂਦਾ। ਜਿਵੇਂ ਖਾਲਸਾ ਜੀ, ਕਲਯੁਗ ਜਿਹੜਾ ਹੈ ਇਹਦੇ ਵਿੱਚ ਮਾੜੀ ਬੁੱਧੀ ਵਾਲੇ ਲੋਕ ਜ਼ਿਆਦਾ ਨੇ, ਮਾੜੇ ਖਿਆਲਾਂ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਫਸੇ ਹੋਏ। ਜਿਵੇਂ ਅੱਜ ਝਾਤ ਮਾਰ ਕੇ ਵੇਖੋ ਕੀ ਕੁਝ ਸੰਸਾਰ ਵਿੱਚ ਹੋ ਰਿਹਾ। ਕੋਈ ਰਿਸ਼ਤਾ ਜਿਹੜਾ ਪਰਪੱਕ ਨਹੀਂ, ਪੱਕਾ ਨਹੀਂ ਹੈ ਅਤੇ ਸੁੱਚਾ ਨਹੀਂ ਹੈ। ਕੋਈ ਵੀ ਜੀਵ ਸੰਸਾਰ ਵਿੱਚ ਸੁੱਚਾ ਨਹੀਂ ਹੈ, ਕਿਰਦਾਰ ਡਿੱਗ ਪਏ ਨੇ। ਸੋ ਇਹ ਕਲਯੁਗ ਦੀਆਂ ਜਿਹੜੀਆਂ ਇਹ ਖੂਬੀਆਂ ਨੇ। ਸੋ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜਦੋਂ ਤਰਸ ਕਰਦੇ ਨੇ, ਫਿਰ ਉਦੋਂ ਇਹ ਕਲਯੁਗ ਦੀ ਸਮਾਪਤੀ ਹੁੰਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤਯੁਗ ਦੇ ਵਿੱਚ ਲੋਕਾਂ ਦੀ 1 ਲੱਖ ਸਾਲ ਉਮਰ ਸੀ। 1 ਲੱਖ ਸਾਲ ਉਮਰ ਹੋਣ ਦੇ ਬਾਰੇ ਮਤਲਬ ਉਦੋਂ ਲੋਕ ਨਾ ਘਰ ਬਣਾਉਂਦੇ ਸੀ, ਜੰਗਲਾਂ ਵਿੱਚ ਕਾਨੇ ਵਗੈਰਾ ਕੁੱਲੀਆਂ ਪਾ ਕੇ ਰਹਿੰਦੇ ਸੀ ਅਤੇ ਤਪ ਕਰਦੇ ਸੀ, ਬੰਦਗੀ ਕਰਦੇ ਸੀ, ਸੁਭਾਅ ਚੰਗੇ ਸੀ, ਸਾਧੂ ਪੁਣਾ ਸੀ। ਸੋ ਵੈਰ ਵਿਰੋਧ ਕਿਸੇ ਨਾਲ ਨਹੀਂ ਸੀ। ਫਿਰ ਤ੍ਰੇਤਾ ਆਇਆ। ਤ੍ਰੇਤੇ ਦੇ ਵਿੱਚ ਜਿਹੜੀ ਉਮਰ ਸੀ ਉਹ 10,000 ਸਾਲ ਹੋ ਗਈ। ਉਸ ਵੇਲੇ ਲੋਕਾਂ ਦੇ ਵਿੱਚ ਭਰਮ ਵੀ ਆਇਆ, ਥੋੜ੍ਹਾ ਥੋੜ੍ਹਾ ਸਾਧਪੁਣਾ ਜਾਂਦਾ ਲੱਗਾ ਅਤੇ ਆਪਣੇ ਘਰ ਬਣਾਉਣ ਨੂੰ, ਆਪਣੀ ਜ਼ਮੀਨਾਂ ਨੂੰ ਲੈ ਕੇ ਥੋੜ੍ਹਾ ਥੋੜ੍ਹਾ ਝਗੜਾ ਚੱਲਿਆ। ਉਸ ਤੋਂ ਬਾਅਦ ਦੁਆਪਰ ਆਇਆ। ਦੁਆਪਰ ਦੇ ਵਿੱਚ ਆ ਕੇ ਇਹਨੇ ਅਸਰ ਪਾਉਣਾ ਕੀਤਾ। 1000 ਸਾਲ ਉਮਰ ਰਹਿ ਗਈ। 1000 ਸਾਲ ਉਮਰ, ਕਿਉਂਕਿ ਇਹ ਜਿਹੜੇ ਯੁੱਗ ਨੇ ਖਾਲਸਾ ਜੀ, ਇਹ ਸਰੀਰ 'ਤੇ ਅਸਰ ਪਾਉਂਦੇ ਨੇ। ਉਸ ਵੇਲੇ ਇਹੋ ਜਿਹਾ ਕੋਈ ਖਾਣਾ ਨਹੀਂ ਸੀ ਜਿਹੜਾ ਅੱਜ ਕਲਯੁਗ ਦੇ ਵਿੱਚ ਹੈ। ਸੋ ਉਸ ਵੇਲੇ ਭਰਾਵਾਂ ਵਿੱਚ ਈਰਖਾ, ਆਪਾਂ ਪਾਂਡਵਾਂ ਅਤੇ ਕੌਰਵਾਂ ਦਾ ਯੁੱਧ ਤੱਕਦੇ ਹਾਂ। ਸੋ ਉਸ ਤੋਂ ਬਾਅਦ ਕਲਯੁਗ ਆਉਂਦੀ ਹੈ। ਕਲਯੁਗ ਦੇ ਵਿੱਚ 100 ਸਾਲ ਉਮਰ ਮੰਨੀ ਹੈ। 100 ਸਾਲ ਸਾਰੀ ਉਮਰ ਹੈ ਅਤੇ 100 ਸਾਲ ਦੇ ਵਿੱਚ ਕੰਮ ਆਪਾਂ 1 ਲੱਖ ਸਾਲ ਵਾਲੀ ਉਮਰ ਜਿੰਨਾ ਕਰਨਾ, ਜਿੰਨਾ ਕੰਮ ਉਹਦੇ ਵਿੱਚ ਕਰਨਾ ਉਨਾ ਇਹਦੇ ਵਿੱਚ ਕਰਨਾ। ਪਰ ਇਹਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕਹਿਣਾ ਕੀਤਾ ਕਿ ਜੇ ਕਲਯੁਗ ਜਿਹੜਾ ਇਹ ਸਾਰਿਆਂ ਤੋਂ ਵੱਡਾ ਅਤੇ ਉੱਤਮ ਹੈ, ਸਾਰਿਆਂ ਤੋਂ ਵੱਡਾ ਧੰਤਾ ਦੇ ਯੋਗ ਹੈ, ਪਰ ਉਹਨਾਂ ਵਾਸਤੇ ਜਿਹੜੇ ਨਾਮ ਜਪਦੇ ਨੇ, ਅੰਮ੍ਰਿਤ ਵੇਲੇ ਸਾਂਭਦੇ ਨੇ, ਸਤਿਗੁਰ ਦੀ ਸੇਵਾ 'ਚ ਜੁੜਦੇ ਨੇ, ਸਤਿਗੁਰ ਨਾਲ ਜੁੜੇ ਹੋਏ ਨੇ, ਉਹਨਾਂ ਵਾਸਤੇ ਮਹਾਰਾਜ ਕਹਿੰਦੇ ਸਤਿਗੁਰ ਕੈ ਭਾਣੈ ਜੋ ਚੱਲੈ ਤੇ ਪਤਾਸੈ ਹਰ ਗੁਣ ਗਾਏ। ਮਹਾਰਾਜ ਕਹਿੰਦੇ ਜਿਹੜਾ ਆਪਣੇ ਗੁਰੂ ਦੀ ਰਜਾ 'ਚ ਤੁਰਦਾ। ਹੁਣ ਸਾਡੇ ਗੁਰੂ ਦੀ ਰਜਾ ਕੀ ਹੈ? ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਰਜਾ ਕੀ ਹੈ? ਸਤਿਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਜਾਗਣਾ, ਗੁਰਸਿੱਖ ਬਣਨਾ, ਅੰਮ੍ਰਿਤਧਾਰੀ ਹੋਣਾ, ਅੰਮ੍ਰਿਤ ਵੇਲੇ ਜਾਗ ਕੇ ਬਾਣੀ ਪੜ੍ਹਨੀ ਹੈ, ਗੁਰੂ ਘਰ ਦੇ ਦਰਸ਼ਨ ਕਰਨੇ ਨੇ, ਫਿਰ ਆਪਣੀ ਕਿਰਤ ਕਰਨੀ ਹੈ, ਕਿਰਤ ਕਮਾਈ ਕਰਕੇ ਘਰ ਆਉਣਾ ਹੈ। ਫਿਰ ਜਿਹੜੀ ਕਿਰਤ ਕਮਾਈ ਉਹਦੇ ਵਿੱਚੋਂ 10ਵਾਂ ਹਿੱਸਾ ਗੁਰੂ ਘਰ ਪਾਉਣਾ ਹੈ। ਫਿਰ ਸ਼ਾਮਾਂ ਵੇਲੇ ਰਹਿਰਾਸ ਦਾ ਪਾਠ ਕਰਨਾ ਹੈ, ਮਹਾਰਾਜ ਨੂੰ ਯਾਦ ਕਰਦਿਆਂ ਸੌਣਾ ਹੈ, ਯਾਦ ਕਰਦਿਆਂ ਉੱਠਣਾ ਹੈ। ਤੁਰਦੇ ਫਿਰਦੇ ਨੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ। ਜੇ ਦੁੱਖ ਆ ਗਿਆ ਤਾਂ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ, ਸੁੱਖ ਆ ਗਿਆ ਤਾਂ ਵੀ ਸ਼ੁਕਰਾਨਾ ਕਰਨਾ ਹੈ। ਇਹ ਮਹਾਰਾਜ ਦੀ ਰਜਾ ਹੈ। ਅਸੀਂ ਆਪ ਝਾਤ ਮਾਰੀਏ, ਸਾਡੇ ਵਿੱਚ ਇਹੋ ਜਿਹਾ ਕੋਈ ਗੁਣ ਨਹੀਂ। ਸੋ ਮਹਾਰਾਜ ਕਹਿੰਦੇ ਜਿਹੜਾ ਕੋਈ ਐਵੇਂ ਕਰਦਾ ਹੈ, ਮਹਾਰਾਜ ਕਹਿੰਦੇ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ। ਕਲਯੁਗ ਉਹਨਾਂ ਵਾਸਤੇ ਧੰਨ ਹੈ ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਸਤਿਗੁਰੂ ਦਾ ਓਟ ਆਸਰਾ ਤੱਕਦੇ ਨੇ, ਸਤਿਗੁਰੂ ਤੋਂ ਬਿਨਾਂ ਕਿਤੇ ਸੀਸ ਨਹੀਂ ਨਿਵਾਉਂਦੇ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣਾ ਸੱਚਾ ਸੁੱਚਾ ਮਿੱਤਰ ਸਮਝਦੇ ਨੇ, ਆਪਣਾ ਮਾਂ ਪਿਓ ਸਮਝਦੇ ਨੇ। ਉਹਨਾਂ ਵਾਸਤੇ ਕਲਯੁਗ ਧੰਨ ਹੈ, ਕਿਉਂਕਿ ਉਹਨਾਂ ਦਾ ਥੋੜ੍ਹਾ ਜਿਹਾ ਜਪਿਆ ਹੋਇਆ ਵੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਨੂੰ ਭਾ ਜਾਂਦਾ। ਸੋ ਜਿਹੜੇ ਪਹਿਲੇ ਯੁੱਗ ਸੀ ਉਹਨਾਂ ਵਿੱਚ ਵੱਡੇ ਵੱਡੇ ਤਪ ਕਰਨੇ ਪੈਂਦੇ ਸੀ, ਯੱਗ ਕਰਨੇ ਪੈਂਦੇ ਸੀ, ਕਰਮਕਾਂਡ ਕਰਨੇ ਪੈਂਦੇ ਸੀ, ਖੂਹਾਂ ਵਿੱਚ ਲਮਕਣਾ ਪੈਂਦਾ ਸੀ, ਫਿਰ ਤਪ ਜਾ ਕੇ ਪ੍ਰਵਾਨ ਹੁੰਦੇ ਸੀ। ਸੋ ਮਹਾਰਾਜ ਦੀ ਐਸੀ ਕਿਰਪਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਾਣੀ ਦਿੱਤੀ ਹੈ। ਘਰ ਵਿੱਚ ਬੈਠ ਕੇ, ਭਾਈ ਕੰਬਲ ਰਜਾਈ ਵਿੱਚ ਬੈਠ ਕੇ ਬਾਣੀ ਦਾ ਜਾਪ ਕਰੋ, ਨਾਮ ਜਪੋ, ਕਮਾਈਆਂ ਕਰੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਆਉਣਾ ਸਫਲ ਹੈ। ਸੋ ਖਾਲਸਾ ਜੀ, ਜਿਹੜੇ ਮਹਾਰਾਜ ਦੀ ਬਾਣੀ ਨਹੀਂ ਪੜ੍ਹਦੇ ਉਹਨਾਂ ਵਾਸਤੇ ਵੀ ਸਤਿਗੁਰ ਦੇ ਬੋਲੇ ਨੇ ਕਿ ਉਹ ਧਰਤੀ 'ਤੇ ਭਾਰ ਨੇ। ਜਿਸ ਵੇਲੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕੀਤੀ ਸੀ ਇਹ ਧਰਤੀ ਨੇ ਕਿ ਮਹਾਰਾਜ ਮੈਂ ਡੁੱਬ ਚੱਲੀ ਹਾਂ, ਕਿ ਮੇਰੇ ਕੋਲ ਇਹ ਭਾਰ ਜਿਹੜਾ ਹੈ ਇਹ ਸੰਭਾਲਿਆ ਨਹੀਂ ਜਾਂਦਾ। ਉਸ ਵੇਲੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਆਕਾਸ਼ਬਾਣੀ ਵਿੱਚੋਂ ਇਹ ਬਚਨ ਆਉਂਦੇ ਸੀ ਵੀ ਤੈਨੂੰ ਕਿਸ ਚੀਜ਼ ਦਾ ਭਾਰ ਹੈ? ਪਹਾੜਾਂ ਦਾ ਭਾਰ ਹੈ, ਰੁੱਖਾਂ ਦਾ ਭਾਰ ਹੈ, ਇਹਨਾਂ ਜਿਹੜੇ ਅੱਜ ਕੱਲ੍ਹ ਘਰ ਕੋਠੀਆਂ ਪੈ ਗਏ ਇਹਨਾਂ ਦਾ ਭਾਰ ਹੈ, ਜਾਂ ਸਮੁੰਦਰਾਂ ਦਾ ਭਾਰ ਆ? ਕਾਹਦਾ ਭਾਰ ਹੈ ਤੈਨੂੰ? ਅਤੇ ਉਸ ਵੇਲੇ ਇਹਨੇ ਕਿਹਾ ਸੀ ਮੈਨੂੰ ਮਹਾਰਾਜ ਪਾਪੀ ਬੰਦਿਆਂ ਦਾ ਭਾਰ ਹੈ। ਮਹਾਰਾਜ ਜਿਹੜੇ ਤੇਰਾ ਨਾਮ ਨਹੀਂ ਜਪਦੇ ਉਹਨਾਂ ਦਾ ਮੇਰੇ 'ਤੇ ਭਾਰ ਹੈ। ਉਹਦੇ ਪ੍ਰਥਾਏ ਮਹਾਰਾਜ ਨੇ ਬਾਣੀ ਵਿੱਚ ਵੀ ਗਵਾਹੀ ਦਿੱਤੀ ਹੈ। ਭਗਤ ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਆਉਂਦਾ ਹੈ
ਕਿ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਯਾਦ ਆਉਂਦਾ ਉਹ ਧਰਤੀ ਤੇ ਭਾਰ ਨੇ। ਉਹਨਾਂ ਨੂੰ ਮਹਾਰਾਜ ਕਹਿੰਦੇ ਧਰਤੀ ਜਿਹੜੀ ਹੈ ਉਹਨਾਂ ਦਾ ਭਾਰ ਜਿਹੜਾ ਜ਼ਿਆਦਾ ਮੰਨਦੀ ਹੈ ਪਾਪੀ ਬੰਦਿਆਂ ਦਾ। ਸੋ ਕਲਯੁਗ ਵਿੱਚ ਵੇਖੋ ਕੌਣ ਬਾਣੀ ਪੜ੍ਹਦਾ ਹੈ, ਕੌਣ ਮਹਾਰਾਜ ਦਾ ਨਾਮ ਚੇਤੇ ਕਰਦਾ, ਕਿਹਦੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੋਇਆ। ਸੋ ਇਹ ਧਰਤੀ ਨੂੰ ਭਾਰ ਹੈ, ਇਸੇ ਕਰਕੇ ਅੱਜ ਸਾਨੂੰ ਔਖਿਆਈਆਂ ਆਉਂਦੀਆਂ ਨੇ, ਕਈ ਕੁਛ ਹੁੰਦਾ। ਸੋ ਰਹੋ ਵਿਚਾਰ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ 'ਤੇ ਹੋਣ ਵਾਲੀਆਂ ਜਿਹੜੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਆਪ ਜੀ ਨੂੰ ਸਰਵਣ ਕਰਵਾਉਂਦੇ ਹਾਂ। ਸੋ ਖਾਲਸਾ ਜੀ ਜਿਹੜੀ ਅੱਜ ਦੀ ਹੱਡ ਬੀਤੀ ਹੈ ਇਹ ਇੱਕ ਦਾਸ ਦਾ ਮਿੱਤਰ ਹੀ ਹੈ। ਹੁਣ ਤਾਂ ਸਰੀਰ ਛੱਡ ਚੁੱਕੇ ਨੇ, ਪਰ ਪੁਰਾਣੀ ਉਹਨਾਂ ਦੇ ਮੁੱਖੋਂ ਸੁਣਿਆ ਹੋਇਆ ਸੀ। ਮਤਲਬ 2014 ਜਾਂ 13 ਦੀ ਗੱਲ ਹੋਵੇਗੀ ਜਦੋਂ ਹੇਮਕੁੰਟ ਸਾਹਿਬ ਵਾਲੇ ਪਾਸੇ ਪਾਣੀ ਆਉਂਦਾ ਹੈ। ਸੋ ਉਹ ਇਹ ਉਦੋਂ ਦੀ ਗੱਲ ਹੈ। ਸੋ ਮੈਂ ਚਾਹੁੰਦਾ ਹਾਂ ਕਿ ਇੱਕ ਮੇਰੀ ਆਪਣੀ ਵੀ ਹੈ ਕਿ ਮੈਂ ਸੁਣਿਆ ਹੋਇਆ ਇੱਕ ਸਿੰਘ ਦੇ ਕੋਲੋਂ ਆਪ ਜੀ ਨੂੰ ਸਰਵਣ ਕਰਵਾਵਾਂ। ਸੋ ਖਾਲਸਾ ਜੀ ਉਹ ਸਿੰਘ ਸੀ ਸੁਲਤਾਨਪੁਰ ਏਰੀਏ ਦੇ ਸੀਗੇ ਅਤੇ ਉਹਨਾਂ ਦਾ ਸਾਡਾ ਪ੍ਰੇਮ ਸੀਗਾ ਕਾਫੀ, ਕਿਉਂਕਿ ਉਸ ਵੇਲੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੀ ਐਡੀ ਕਿਰਪਾ ਸੀ ਕਿ ਸ਼ਨੀਵਾਰ ਮਹਾਰਾਜ ਦੇ ਘਰ ਸੇਵਾ ਕਰਨ ਜਾਣਾ, ਰਾਤ ਰਹਿਣਾ ਉੱਥੇ ਸੇਵਾ ਕਰਨੀ, ਸਾਰੀ ਰਾਤ ਸੇਵਾ ਮਹਾਰਾਜ ਨੇ ਲੈਣੀ। ਫਿਰ ਅੰਮ੍ਰਿਤ ਵੇਲੇ 15-20 ਸਿੰਘ ਹੁੰਦੇ ਸਾਂ, ਬਾਣੀ ਪੜ੍ਹਨੀ, ਸਤਿਗੁਰੂ ਸੱਚੇ ਪਾਤਸ਼ਾਹ ਦਾ ਓਟ ਆਸਰਾ ਤੱਕਣਾ, ਅਰਦਾਸ ਬੇਨਤੀ ਕਰਨੀ। ਫਿਰ ਦਿਨ ਵੇਲੇ ਮਹਾਰਾਜ ਦੀਆਂ ਵਿਚਾਰਾਂ, ਕਥਾ ਵਿਚਾਰਾਂ ਕਰਨੀਆਂ। ਇੱਦਾਂ ਸੁਭਾਅ ਬਣਿਆ ਹੋਇਆ ਸੀ। ਸੋ ਮਹਾਰਾਜ ਦੀ ਐਸੀ ਕਿਰਪਾ ਸੀ ਵੀ ਵੱਡੇ ਵੱਡੇ ਅਭਿਆਸੀ ਸਿੰਘ ਸੀ, ਨਾਲ ਸੰਗ ਸੀ ਉਹਨਾਂ ਦਾ। ਸੋ ਮਹਾਰਾਜ ਦੀ ਕਿਰਪਾ ਸੀ ਖਾਲਸਾ ਜੀ। ਉਹਨਾਂ ਦੇ ਵਿੱਚ ਇੱਕ ਸਿੰਘ ਸੀ ਜਿਨ੍ਹਾਂ ਦੀ ਮੈਂ ਆਪ ਜੀ ਨੂੰ ਵਾਰਤਾ ਸੁਣਾਉਣ ਲੱਗਾ ਕਿ ਉਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ 'ਤੇ ਵੀ ਸ਼ਾਮ ਨੂੰ ਆਉਣ ਲੱਗਿਆਂ ਅਸੀਂ ਦਰਸ਼ਨ ਮੇਲੇ ਕਰਕੇ ਫਿਰ ਘਰ ਆਉਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿਹੜਾ ਬੁੰਗਾ ਹੈ ਖਾਲਸਾ ਜੀ ਮਹਾਰਾਜ ਦੀਆਂ ਪ੍ਰਕਰਮਾਂ ਦੇ ਵਿੱਚ, ਉਹ ਉੱਥੇ ਬੈਠ ਕੇ ਜਾਪ ਕਰਨਾ, ਕਈ ਵਾਰ ਉੱਪਰ ਜਾ ਕੇ ਪਾਠ ਸੁਣਨਾ, ਕਿਉਂਕਿ ਉੱਥੇ ਅਖੰਡ ਪਾਠ ਸਾਹਿਬ ਲੜੀ ਚੱਲਦੀ ਰਹਿੰਦੀ ਹੈ। ਸੋ ਮਹਾਰਾਜ ਦੇ ਦਰਸ਼ਨ ਮੇਲੇ ਕਰਨੇ। ਸਾਰੇ ਸਿੰਘਾਂ ਦਾ ਇਹ ਸੁਭਾਅ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਅੱਗੇ ਵੀ ਅਰਦਾਸ ਕਰਨੀ ਕਿ ਬਾਬਾ ਜੀ ਮਿਹਰ ਕਰਨੀ ਕਿ ਸਿੰਘਾਂ ਦੇ ਵਿੱਚ ਬੀਰ ਰਸ ਭਰਿਆ ਰਵੇ ਮਹਾਰਾਜ। ਇਹੋ ਜਿਹੀਆਂ ਬੇਨਤੀਆਂ ਖਾਲਸਾ ਕਰਦਾ ਹੁੰਦਾ ਸੀ। ਸੋ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਇੱਕ ਵਾਰ ਅਸੀਂ ਉਹਨਾਂ ਕੋਲੇ ਬੈਠੇ, ਬਹੁਤ ਉਹ ਢਿੱਲੇ ਹੋ ਗਏ ਸੀ ਮਿੱਤਰ, ਅਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਗਏ। ਉਹਨਾਂ ਦਾ ਪਰਿਵਾਰ ਦਾ ਕੋਈ ਜੀਅ ਨਹੀਂ ਸੀ, ਆਪ ਵੀ ਉਹ ਸਰੀਰ ਛੱਡ ਗਏ। ਪਰਿਵਾਰ ਦਾ ਉਹਨਾਂ ਦਾ ਕੋਈ ਜੀਅ ਨਹੀਂ ਸੀ, ਹੈ ਪਤਾ ਨਹੀਂ ਕਿੱਥੇ ਦੇ ਸੀ, ਉਹਨਾਂ ਨੇ ਕਦੇ ਨਹੀਂ ਸਾਨੂੰ ਦੱਸਿਆ। ਅਤੇ ਉਹ ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚ ਰਹਿੰਦੇ ਹੁੰਦੇ ਸੀ, ਪਰਿਕਰਮਾ 'ਚ ਰਹਿਣਾ ਜਾਂ ਗੁਰੂ ਘਰ ਕਮਰਾ ਲੈ ਕੇ ਰਹਿੰਦੇ ਹੁੰਦੇ ਸੀ ਸੁਲਤਾਨਪੁਰ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਸੰਗੀ ਸੀ, ਅਸੀਂ ਮਿੱਤਰ ਸਾਂ ਸਾਰੇ। ਸੋ ਇੱਕ ਵਾਰ ਉਹ ਢਿੱਲੇ ਹੋਏ, ਸਾਨੂੰ ਪਤਾ ਲੱਗਾ, ਅਸੀਂ ਵੀ ਉਹਨਾਂ ਦੇ ਦਰਸ਼ਨ ਮੇਲੇ ਕਰਨਗੇ ਹਾਲ ਚਾਲ ਪੁੱਛਣ ਵਾਸਤੇ ਗਏ। ਅਸੀਂ ਸਾਰੇ ਸਿੰਘਾਂ ਨੇ ਸਲਾਹ ਕੀਤੀ ਵੀ ਚਲੋ ਯਾਰ ਸਾਡਾ ਮਿੱਤਰ ਹੈ, ਆਪਾਂ ਨਾਲੇ ਗੁਰਸਿੱਖਾਂ ਸਾਰੇ, ਅਤੇ ਅਸੀਂ ਗਏ ਪਤਾ ਲੈਣ। ਅਤੇ ਉਹਨਾਂ ਨੂੰ ਅਸੀਂ ਕਿਹਾ ਵੀ ਕੀ ਗੱਲ ਹੋਈ ਤੁਹਾਨੂੰ, ਅਤੇ ਸਰੀਰ ਉਹਨਾਂ ਦਾ ਕਹਿੰਦੇ ਵੀ ਪਤਾ ਨਹੀਂ ਕੀ ਚੱਕਰ ਹੈ, ਸਰੀਰ ਦੇ ਵਿੱਚ ਦਰਦਾਂ ਬਹੁਤ ਹੁੰਦੀਆਂ। ਅਤੇ ਉਹਨਾਂ ਨੇ ਮੇਰੇ ਨਾਲ ਸਿੰਘ ਕਾਫੀ ਹੋਰ ਸੀਗੇ ਅਤੇ ਉਹਨਾਂ ਨੇ ਨਾ ਗੱਲ ਨਾ ਖੋਲ੍ਹ ਕੇ ਕੀਤੀ। ਸੋ ਕਿਉਂਕਿ ਖਾਲਸਾ ਜੀ ਕਈ ਗੱਲਾਂ ਜਿਹੜੀਆਂ ਗੁਪਤ ਹੁੰਦੀਆਂ ਨਹੀਂ ਸਿੰਘ ਕਰਦੇ। ਸੋ ਉਸ ਤੋਂ ਬਾਅਦ ਫਿਰ ਮੈਂ ਖੁਦ ਉਹਨਾਂ ਨਾਲ ਗੱਲ ਕੀਤੀ ਵੀ ਮੈਨੂੰ ਦੱਸੋ ਤੁਸੀਂ ਕੀ ਚੱਕਰ ਹੈ, ਕਿਉਂਕਿ ਉਸ ਵੇਲੇ ਮਹਾਰਾਜ ਦੀ ਕਿਰਪਾ ਸਦਕਾ ਸਾਡਾ ਬਹੁਤਾ ਪ੍ਰੇਮ ਸੀ ਇੱਕ ਦੂਸਰੇ ਨਾਲ। ਅਤੇ ਉਹਨਾਂ ਨੇ ਮੈਨੂੰ ਦੱਸਣਾ ਕੀਤਾ ਵੀ ਕੱਲ੍ਹ ਇੱਕ ਛੋਟੀ ਜਿਹੀ ਗਲਤੀ ਹੋ ਗਈ, ਫੌਜ ਸਾਡੇ ਤੋਂ ਨਾਰਾਜ਼ ਹੋ ਗਈ। ਤੋਂ ਨਾਰਾਜ਼ ਹੋਣ ਕਰਕੇ ਜਿਹੜਾ ਸਰੀਰ ਹੈ ਉਹ ਝੱਲ ਨਹੀਂ ਸਕਿਆ, ਕਿਉਂਕਿ ਖਾਲਸਾ ਜੀ ਜਦੋਂ ਸੁਪਨੇ ਦੇ ਦਰਸ਼ਨ ਹੁੰਦੇ ਨੇ ਫੌਜਾਂ ਦੇ, ਉਹਦੇ ਵਿੱਚ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਪਰ ਜਦੋਂ ਪ੍ਰਤੱਖ ਦਰਸ਼ਨ ਹੁੰਦੇ ਆ ਉਹਦੇ ਵਾਸਤੇ ਬੇਅੰਤ ਬਾਣੀ ਦਾ ਜਾਪ ਚਾਹੀਦਾ, ਬੇਅੰਤ ਬਾਣੀ ਦਾ ਜਾਪ ਚਾਹੀਦਾ ਜਿਹੜਾ, ਕਿਉਂਕਿ ਜਦੋਂ ਸੁਪਨੇ 'ਚ ਹੋ ਜਾਂਦੇ ਨੇ ਦਰਸ਼ਨ, ਉਹ ਸੁਪਨੇ ਦੇ ਵਿੱਚ ਸਾਡੀ ਕਈ ਵਾਰੀ ਆਤਮਾ ਨਿਰੰਕਾਰ ਦੇ ਕੋਲ ਪਹੁੰਚਦੀ ਹੈ ਅਤੇ ਦਰਸ਼ਨ ਹੋ ਜਾਂਦੇ ਨੇ, ਪਰ ਉਹਦੇ ਵਿੱਚ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸੋ ਜਿਹੜਾ ਪ੍ਰਤੱਖ ਦਰਸ਼ਨ ਹੁੰਦੇ ਆ ਉਹਦੇ ਵਿੱਚ ਸਰੀਰ ਵੀ ਤਗੜਾ ਚਾਹੀਦਾ, ਮਹਾਰਾਜ ਦੀ ਬਾਣੀ ਦਾ ਬੇਅੰਤ ਅਭਿਆਸ ਚਾਹੀਦਾ। ਮਹਾਰਾਜ ਕੋਲੋਂ ਇਹ ਵੀ ਮੰਗਣਾ ਪੈਂਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੀ ਝਾਲ ਅਸੀਂ ਝੱਲ ਸਕੀਏ, ਐਸੀ ਕਿਰਪਾ ਕਰਿਓ। ਸੋ ਖਾਲਸਾ ਜੀ ਇਹ ਜੇ ਹੁਣ ਗੱਲ ਕਰੀਏ ਤਾਂ ਲੋਕੀ ਦੂਸਰੇ ਪਾਸੇ ਲੈ ਜਾਂਦੇ ਨੇ। ਇੱਕ ਸਾਡਾ ਮਿੱਤਰ ਹੋਰ ਸੀ, ਉਹ 6ਵੇਂ ਪਾਤਸ਼ਾਹ ਮਹਾਰਾਜ ਨਾਲ ਬਹੁਤ ਪ੍ਰੇਮ ਕਰਦਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਬੜਾ ਪ੍ਰੇਮ ਸੀ ਉਹਦਾ, ਸ਼੍ਰੀਨਗਰ ਵਾਲੀ ਸਾਈਡ ਦਾ ਸੀ। ਅਤੇ ਉਹ ਥੋੜ੍ਹਾ ਜਿਹਾ ਨਾ ਜਿਵੇਂ ਹੂੜ ਮੱਤੀ ਨਹੀਂ ਹੁੰਦੇ ਲੋਕ ਵੀ ਜਿਹਦੇ ਪੈ ਜਾਣਾ, ਉਹ ਇਵੇਂ ਦਾ ਸੀ। ਸੋ ਉਹਨੇ ਨਾ 6ਵੇਂ ਪਾਤਸ਼ਾਹ ਅੱਗੇ ਇਹੀ ਬੇਨਤੀ ਕਰਨੀ, ਮਹਾਰਾਜ ਦਰਸ਼ਨ ਦਿਓ, ਮਹਾਰਾਜ ਦਰਸ਼ਨ ਦਿਓ। ਉਹਨਾਂ ਨੂੰ ਅਸੀਂ ਵੀ ਕਈ ਵਾਰੀ ਕਿਹਾ ਕਿ ਹੱਠ ਨਹੀਂ ਕਰੀਦਾ ਹੁੰਦਾ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਕਹੀਦਾ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਤੇ ਆਪ ਜੀ ਦੀ ਮੌਜ ਬਣੇ, ਮਹਾਰਾਜ ਤੁਸੀਂ ਦਰਸ਼ਨ ਦਿਓ। ਕਿਉਂਕਿ ਜਦੋਂ ਮਹਾਰਾਜ ਆਪਣੀ ਮੌਜ ਵਿੱਚ ਦਰਸ਼ਨ ਦਿੰਦੇ ਨੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਝੱਲੇ ਜਾਂਦੇ ਨੇ, ਪਰ ਜਦੋਂ ਅਸੀਂ ਹੱਠ ਕਰਕੇ ਮਹਾਰਾਜ ਦਾ ਦਰਸ਼ਨ ਮੰਗਦੇ ਹਾਂ ਉਸ ਵੇਲੇ ਉਹ ਦਰਸ਼ਨ ਜਿਹੜੇ ਝੱਲੇ ਨਹੀਂ ਜਾਂਦੇ, ਕਿਉਂਕਿ ਸਤਿਗੁਰੂ ਬੀਰ ਰਸ ਵਿੱਚ ਆ ਕੇ ਫਿਰ ਦਰਸ਼ਨ ਦਿੰਦੇ ਨੇ। ਸੋ ਜਿਵੇਂ ਅਸੀਂ ਅੱਜ ਮੰਗਾਂ ਮੰਗਦੇ ਹਾਂ, ਲੋਕੀ ਪੋਤੀ ਮੰਗੀ ਜਾਂਦੇ, ਮਹਾਰਾਜ ਪੁੱਤ ਦੇ ਦਿਓ, ਪੁੱਤ ਦੇ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਸਮੇਂ
ਸਮੇਂ ਦੇ ਅਨੁਸਾਰ ਚੀਜ਼ਾਂ ਦਿੰਦੇ ਨੇ, ਪਰ ਜਦੋਂ ਅਸੀਂ ਹੱਠ ਕਰਦੇ ਹਾਂ, ਹੱਠ ਕਰਕੇ ਫਿਰ ਮਹਾਰਾਜ ਪੁੱਤ ਤਾਂ ਦਿੰਦੇ ਨੇ ਪਰ ਉਵੇਂ ਦਾ ਹੀ ਆਉਂਦਾ ਹੈ, ਜਿਹਦੇ ਪਰਥਾਏ ਆਪਾਂ ਪਹਿਲੀਆਂ ਵੀਡੀਓ ਵਿੱਚ ਵੀ ਬੋਲਿਆ ਕਿ ਕਲਯੁਗ ਅੰਦਰ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਉਹ ਜਿੰਨੀ ਉਤਰਦੇ ਨੇ ਭੂਤ ਹੀ ਉਤਰਦੇ ਨੇ ਫਿਰ। ਸੋ ਰੋ ਵਿਚਾਰ, ਉਹ ਜਿਹੜਾ ਮਿੱਤਰ ਸੀ ਉਹਨੇ ਹੱਠ ਕੀਤਾ, ਛੇਵੇਂ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋਏ, ਪੂਰੇ ਦਰਸ਼ਨ ਨਹੀਂ ਹੋਏ, ਜਿੱਦਾਂ ਅਜੇ ਲਾਈਟ ਹੀ ਸ਼ੁਰੂ ਹੋਈ ਸੀ ਤੇ ਉਹ ਇੰਨਾ ਕੁ ਜ਼ਿਆਦਾ ਉਹਦਾ ਪ੍ਰਤਾਪ ਸੀ, ਅੱਖਾਂ ਚਲੀਆਂ ਗਈਆਂ ਸੀ ਸਿੰਘ ਦੀਆਂ। ਸੋ ਖਾਲਸਾ ਜੀ, ਇਹ ਹਾਸੋਹੀਣੀਆਂ ਗੱਲਾਂ ਲੱਗਦੀਆਂ ਨੇ, ਕਿਉਂਕਿ ਜਿਨ੍ਹਾਂ ਨੂੰ ਪਤਾ ਨਹੀਂ, ਜਿਨ੍ਹਾਂ ਨੂੰ ਸਮਝ ਨਹੀਂ, ਉਹਨਾਂ ਵਾਸਤੇ ਹਾਸੋਹੀਣੀਆਂ ਨੇ, ਪਰ ਦਾਸ ਹੁਣਾਂ ਨੇ ਇਹ ਚੀਜ਼ਾਂ ਤੱਕੀਆਂ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਪ੍ਰਤੱਖ ਨੇ ਕਿ ਮਹਾਰਾਜ ਦਾ ਬਲ ਕਿਸੇ ਕੋ ਚੱਲਿਆ ਨਹੀਂ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕੋਈ ਚਾਲ ਨਹੀਂ ਚੱਲ ਸਕਦਾ। ਜਿਹਨੂੰ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਵੱਲ ਨੂੰ ਟੇਢਾ ਵੇਖ ਲੈਂਦੇ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਵਰਤਦੀ ਸੀ ਵੀ ਵੱਡੇ ਵੱਡੇ ਜਿਹੜੇ ਰਾਜੇ ਸੀ ਥਰ ਥਰ ਕੰਬਦੇ ਸੀ। ਸਤਿਗੁਰ ਸੱਚੇ ਪਾਤਸ਼ਾਹ ਤੇ ਸਮਰੱਥ ਸਨ। ਕਹਿੰਦੇ ਮਹਾਰਾਜਾ ਰਣਜੀਤ ਸਾਹਿਬ ਜੀ ਜਿਹੜੇ ਉਹ ਜਦੋਂ ਤਖਤ ਲਾਉਂਦੇ ਸੀ ਤੇ ਜਦੋਂ ਵੱਡੇ ਵੱਡੇ ਰਿਆਸਤਾਂ ਦੇ ਰਾਜੇ ਉਹਨਾਂ ਦੇ ਕੋਲ ਬਹਿੰਦੇ ਸੀ ਤਾਂ ਲੱਤਾਂ ਉਹਨਾਂ ਦੀਆਂ ਕੰਬਦੀਆਂ ਹੁੰਦੀਆਂ ਸੀ। ਇਹ ਕਈ ਵਾਰ ਕਈ ਇਤਿਹਾਸ ਦੇ ਵਿੱਚ ਮਿਲਦਾ ਕਿ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਪੁੱਛ ਲੈਂਦੇ ਹੁੰਦੇ ਸੀ, ਭਾਈ ਕਾਹਤੋਂ ਕੰਬਦੇ ਆ, ਬੋਲ ਨਹੀਂ ਸੀ ਸਕਦੇ ਉਹਨਾਂ ਦੇ ਕੋਲ, ਇੰਨਾ ਪ੍ਰਤਾਪ ਸੀ ਉਹਨਾਂ ਮਹਾਂਪੁਰਸ਼ਾਂ ਦਾ। ਸੋ ਖਾਲਸਾ ਜੀ, ਸਤਿਗੁਰ ਸੱਚੇ ਪਾਤਸ਼ਾਹ ਦੇ ਬੜੇ ਵੱਡੇ ਨੇ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਮਿੱਤਰ ਨੂੰ ਵੀ ਦੱਸੋ ਖੁੱਲ੍ਹ ਕੇ, ਤੇ ਉਹਨਾਂ ਨੇ ਕਿਹਾ ਕਿ ਚਲੋ ਇਹ ਉਹਨਾਂ ਨੇ ਗੁਪਤੀ ਰੱਖ ਲਈ, ਸਾਨੂੰ ਪੂਰਾ ਖੋਲ੍ਹ ਕੇ ਨਹੀਂ ਦੱਸਿਆ, ਪਰ ਮੈਨੂੰ ਪਤਾ ਲੱਗ ਗਿਆ ਵੀ ਉਹ ਕੀ ਕਹਿਣਾ ਚਾਹੁੰਦੇ ਆ। ਉਸ ਤੋਂ ਬਾਅਦ ਖਾਲਸਾ ਜੀ, ਉਹ ਉਸ ਮਿੱਤਰ ਨੂੰ ਮਹਾਰਾਜ ਦੇ ਦਰਸ਼ਨ ਸ਼ਹੀਦਾਂ ਫੌਜਾਂ ਦੇ ਹੁੰਦੇ ਸੀ, ਬਾਬਾ ਦੀਪ ਸਿੰਘ ਸਾਹਿਬ ਦੇ ਉਹਨਾਂ ਨੇ ਦਰਸ਼ਨ ਕੀਤੇ, ਬਾਬਾ ਨੋਹ ਸਿੰਘ ਸਾਹਿਬ ਜੀ ਹੁਣਾਂ ਨੇ ਵੀ ਦਰਸ਼ਨ ਕੀਤੇ ਸੀ। ਸੋ ਇਵੇਂ ਦੀ ਖੇਡ ਸੀ ਕਿ ਜਦੋਂ ਕੋਈ ਘਟਨਾ ਹੋਣੀ ਹੁੰਦੀ ਸੀ ਕਿਸੇ ਸਿੰਘ ਨਾਲ ਤੇ ਉਹ ਸਾਨੂੰ ਫੋਨ ਕਰਕੇ ਦੱਸ ਦਿੰਦਾ ਹੁੰਦਾ ਸੀ ਵੀ ਫਲਾਣੇ ਸਿੰਘ ਨਾਲ ਅੱਜ ਆ ਇੱਦਾਂ ਹੋਵੇਗਾ ਕਿ ਬਾਬਾ ਜੀ ਨੇ ਦੱਸਿਆ ਵੀ ਫਿਰ ਵੀ ਮਹਾਰਾਜ ਦੀ ਕਿਰਪਾ ਉਹ ਇਹ ਜੇ ਪਾਠ ਕਰ ਲਵੇ ਤੇ ਉਹਦਾ ਥੋੜ੍ਹਾ ਬਚਾਅ ਹੋ ਸਕਦਾ। ਖਾਲਸਾ ਜੀ, ਇੱਦਾਂ ਦੀਆਂ ਖੇਡਾਂ ਸੀ। ਸੋ ਮੈਂ ਇਹ ਤਾਂ ਨਹੀਂ ਸੀ ਕਰਨਾ ਚਾਹੁੰਦਾ, ਵਿੱਚ ਕਈ ਕਮੈਂਟ ਆਉਂਦੇ ਬਾਬਾ ਜੀ ਤੁਸੀਂ ਆਪਣੀ ਵੀ ਸੁਣਾਓ। ਖਾਲਸਾ ਜੀ, ਜਿਹੜੀਆਂ ਮੇਰੀਆਂ ਹੱਡ ਬੀਤੀਆਂ ਨੇ ਜਾਂ ਮੇਰੇ ਸਿੰਘਾਂ ਦੇ ਨਾਲ ਦੀਆਂ ਹੱਡ ਬੀਤੀਆਂ ਨੇ ਉਹ ਇਹੋ ਜਿਹੀਆਂ ਨੇ ਕਿ ਕੋਈ ਯਕੀਨ ਨਹੀਂ ਕਰ ਸਕਦਾ, ਇਸ ਕਰਕੇ ਉਹਦੇ ਨਾਲੋਂ ਚੰਗਾ ਅਸੀਂ ਗੁਪਤ ਰਹੀਏ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਉਹ ਕੁਛ ਹੈ ਜਿਹੜਾ ਤੁਸੀਂ ਮੰਨ ਨਹੀਂ ਸਕਦੇ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਜੋ ਬ੍ਰਹਮੰਡਾ ਹੈ ਸੋਈ ਪਿੰਡਾ ਹੈ, ਜੋ ਖੋਜਿਆ ਸੋ ਪਾਵੈ। ਜੋ ਬ੍ਰਹਮੰਡ ਵਿੱਚ ਹੈ, ਹੁਣ ਬ੍ਰਹਮੰਡ ਵਿੱਚ ਕੀ ਕੁਛ ਹੈ? ਚੰਦਰਮਾ, ਸੂਰਜ, ਤਾਰੇ, ਹਵਾ, ਆਕਾਸ਼, ਇਹ ਧਰਤੀ, ਇਹ ਬਨਸਪਤੀ, ਇਹ ਘਰ, ਕੋਠੀਆਂ, ਕਾਰਾਂ, ਇਹ ਰਸਤੇ, ਇਹ ਪਹਾੜ, ਇਹ ਨਦੀਆਂ, ਇਹ ਸਭ ਕੁਛ ਹੈ ਨਾ ਬ੍ਰਹਮੰਡ 'ਚ। ਇਹ ਸਾਰਾ ਕੁਛ ਤੁਹਾਡੇ ਸਰੀਰ 'ਚ ਹੈ। ਇਹ ਸਾਰਾ ਕੁਝ ਉਸ ਮੱਤ ਦਿਖਾ ਦਿੰਦੀ ਹੈ ਜਦੋਂ ਤੁਹਾਡੀ ਸੁਰਤ ਤੁਰਦੀ ਹੈ, ਇਹ ਸਾਰਾ ਕੁਝ ਦਿਖਾ ਦਿੰਦੀ ਹੈ। ਤੁਸੀਂ ਕਦੇ ਵੇਖਿਆ ਹੋਵੇਗਾ, ਤੁਹਾਡੇ ਨਾਲ ਕਦੇ ਤਜਰਬਾ ਹੋਇਆ ਹੋਵੇਗਾ ਕਿ ਤੁਸੀਂ ਕਿਤੇ ਜਾ ਰਹੇ ਹੋ, ਮੰਨ ਲਓ ਤੁਸੀਂ ਪਹਿਲੀ ਵਾਰ ਕਿਤੇ ਗਏ ਹੋ, ਪਰ ਤੁਹਾਨੂੰ ਉਹ ਰਸਤਾ ਵੇਖ ਕੇ ਇੰਝ ਲੱਗੇ ਕਿ ਤੁਸੀਂ ਪਹਿਲਾਂ ਵੀ ਦੇਖਿਆ ਹੈ ਜਾਂ ਤੁਸੀਂ ਪਹਿਲਾਂ ਵੀ ਉੱਥੇ ਆਏ ਹੋਵੋ। ਉਹ ਤੁਹਾਡੀ ਰੂਹ ਨੂੰ ਪਤਾ ਹੁੰਦਾ, ਉਹ ਤੁਹਾਡੇ ਅੰਦਰ ਨੂੰ ਪਤਾ ਹੁੰਦਾ, ਤਾਂ ਕਰਕੇ ਤੁਹਾਡੇ ਮਨ ਵਿੱਚ ਉਹ ਵਿਚਾਰ ਆਉਂਦਾ। ਕਈ ਵਾਰੀ ਤੁਸੀਂ ਇਹੋ ਜਿਹਾ ਬੰਦਾ ਤੱਕਿਆ ਹੁੰਦਾ ਜਿਹਨੂੰ ਜ਼ਿੰਦਗੀ 'ਚ ਨਹੀਂ ਮਿਲੇ ਹੁੰਦੇ ਤੁਸੀਂ, ਪਰ ਤੁਹਾਨੂੰ ਵੇਖ ਕੇ ਲੱਗਦਾ ਕਿ ਇਹਨੂੰ ਕਿਤੇ ਵੇਖਿਆ, ਇਹਨੂੰ ਕਿਤੇ ਤੱਕਿਆ। ਇਹ ਸਾਰੀਆਂ ਖੇਡਾਂ ਤੁਹਾਡੇ ਅੰਦਰ ਰੂਹ ਦੀਆਂ ਹੁੰਦੀਆਂ, ਪਰ ਅਸੀਂ ਉਹ 'ਤੇ ਬਹੁਤਾ ਗੌਰ ਨਹੀਂ ਕਰਦੇ, ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਫਿਰ ਕਈ ਵਾਰੀ ਤੁਹਾਨੂੰ ਬੇਚੈਨੀ ਹੁੰਦੀ ਆ ਜਦੋਂ ਤੁਹਾਡੇ ਘਰ ਵਿੱਚ ਕੋਈ ਘਟਨਾ ਹੋਣੀ ਹੁੰਦੀ ਆ 2-4-10 ਦਿਨ ਬਾਅਦ 'ਚ, ਉਹਦੇ ਕਰਕੇ ਤੁਹਾਡੇ ਸਰੀਰ 'ਚ ਬੇਚੈਨੀ ਹੋਣੀ, ਤੁਹਾਨੂੰ ਬੇਚੈਨ ਜਿਹਾ ਰਹਿਣਾ, ਚਿੜਚਿੜਾਪਨ ਆਉਣਾ, ਤੁਹਾਡੇ ਸਰੀਰ ਨੂੰ ਲੱਗੀ ਜਾਣਾ ਵੀ ਕੋਈ ਗਲਤ ਹੋਣ ਲੱਗਾ ਹੈ ਜਾਂ ਕੋਈ ਗਲਤ ਹੋ ਜਾਣਾ ਜਾਂ ਮਾੜਾ ਫੁਰਨਾ ਕੋਈ ਆਉਣਾ। ਖਾਲਸਾ ਜੀ, ਉਹ ਚੀਜ਼ ਵੀ ਤੁਹਾਡੀ ਆਤਮਾ ਤੁਹਾਨੂੰ ਸੰਕੇਤ ਦਿੰਦੀ ਹੈ। ਜਿੱਦਾਂ ਧਰਤੀ ਦੇ ਉੱਤੇ ਜਿਹੜੇ ਪੰਛੀ ਨੇ, ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ, ਮਹਾਰਾਜ ਅਕਾਲ ਪੁਰਖ ਦੀ ਐਸੀ ਖੇਡ ਹੈ, ਇਹਨਾਂ ਜਾਨਵਰਾਂ ਜੀਵਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਕੋਈ ਜਿਹੜੀ ਆਉਣ ਵਾਲੀ ਹੈ, ਕੋਈ ਬਿਪਤਾ ਇਸ ਧਰਤੀ 'ਤੇ ਪੈਣ ਵਾਲੀ ਹੈ। ਸੋ ਮਹਾਰਾਜ ਦੀ ਇਹ ਮੌਜ ਹੈ ਖਾਲਸਾ ਜੀ। ਸੋ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ ਸਦਕਾ ਚਲੋ ਆਪਾਂ ਅੱਗੇ ਸਰਵਣ ਕਰੀਏ। ਉਹ ਸਾਨੂੰ ਦੱਸ ਦਿੰਦੇ ਹੁੰਦੇ ਸੀ। ਇੱਕ ਵਾਰ ਉਹਨਾਂ ਨੇ ਸਾਨੂੰ ਕਿਹਾ, ਫੋਨ ਕੀਤਾ ਮੈਨੂੰ ਕਹਿਣ ਲੱਗੇ ਕਿ ਤੁਸੀਂ ਨਾ ਜਾਇਓ, ਅਸੀਂ ਚੱਲੇ ਸੀ ਅਨੰਦਪੁਰ ਸਾਹਿਬ ਨੂੰ। ਕਹਿੰਦੇ ਤੁਸੀਂ ਨਾ ਜਾਇਓ, 2-3 ਸਿੰਘਾਂ ਨੂੰ ਸਾਨੂੰ ਕਿਹਾ ਤੁਸੀਂ ਨਾ ਜਾਇਓ, ਤੇ ਅਸੀਂ ਕਦੇ ਨਹੀਂ ਸੀ ਇੱਕ ਦੂਜੇ ਸਿੰਘ ਦਾ ਕਹਿਣਾ ਮੋੜਦੇ। ਅਸੀਂ ਆਖਿਆ ਠੀਕ ਆ, ਅਸੀਂ ਨਹੀਂ, ਸਬੱਬੀ ਮੈਨੂੰ ਕੋਈ ਇਹੋ ਜਿਹੀ ਕੰਮ ਪੈ ਗਿਆ, ਮੈਂ ਗਿਆ ਨਹੀਂ। ਤੇ ਉਹ ਜਿਹੜੇ 2 ਸਿੰਘ ਸੀ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ, ਇੱਕ ਦੀ ਲੱਤ 3 ਜਗ੍ਹਾ ਤੋਂ ਟੁੱਟ ਜਾਂਦੀ ਹੈ। ਸੋ ਇਹ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੂੰ ਸਭ ਪਤਾ ਸੀ। ਸੋ ਕਈ ਵਾਰੀ ਸਿੰਘ ਜਾਣੇ, ਉਹਨਾਂ ਕੋਲ ਆਪਾਂ ਜਾ ਕੇ ਬੈਠਣਾ ਸਾਰੇ ਸਿੰਘਾਂ ਨਾਲ, ਉਹਨੇ ਮੇਰੇ ਕੰਨ 'ਚ ਕਹਿਣਾ ਵੀ ਮੈਂ ਤੈਨੂੰ ਆਹ ਸਿੰਘਾਂ ਦੇ ਨਾਂ ਦੱਸਾਂ, ਕਿਉਂਕਿ ਮੇਰੇ ਨਾਲ ਕਈ ਸਿੰਘ ਨਵੇਂ ਜਾਂਦੇ ਹੁੰਦੇ ਸੀ, ਤੇ ਉਹਨੇ ਨਾਂ ਦੱਸਣੇ ਵੀ ਆਹ ਫਲਾਣੇ ਦਾ ਆਹ ਨਾਂ, ਫਲਾਣੇ ਦਾ ਆਹ ਨਾਂ। ਤੇ ਮੈਂ ਉਹਨੂੰ ਕਈ ਵਾਰ ਪੁੱਛਣਾ ਵੀ ਤੈਨੂੰ ਕਿੱਦਾਂ ਪਤਾ ਹੈ, ਤੇ ਫਿਰ ਉਹ ਮੈਨੂੰ ਦੱਸਦਾ ਹੁੰਦਾ ਸੀ ਕਿ ਫੌਜ ਮੇਰੇ ਨਾਲ ਰਹਿੰਦੀ ਹੈ। ਮਹਾਰਾਜ ਦੀ ਕਿਰਪਾ ਸਦਕਾ ਸਿੰਘ ਨਾਲ ਰਹਿੰਦੇ ਨੇ, ਉਹ ਸਿੰਘ ਦੱਸ ਦਿੰਦੇ ਨੇ ਕਿ ਆ ਫਲਾਣਾ ਆ, ਇਹਦਾ ਨਾਂ ਆ, ਤੇ ਮੈਂ ਬੋਲ ਦਿੰਦਾ। ਪਰ ਉਹ ਐਸਾ ਗੁਰਮੁਖ ਪਿਆਰਾ ਸੀ, ਜੇ ਉਹ ਚਾਹੁੰਦਾ ਨਾ
ਤੇ ਪਤਾ ਨਹੀਂ ਕਿੰਨਾ ਕੁ ਪੈਸਾ ਇਕੱਠਾ ਕਰ ਸਕਦਾ ਸੀ, ਕਿਉਂਕਿ ਅੱਜ ਸੰਸਾਰ ਵਿੱਚ ਇਹੋ ਕੁਛ ਹੈ, ਮਾੜੀ ਜੀ ਰਿੱਧੀ ਸਿੱਧੀ ਕੋਈ ਲੈ ਲੈਂਦਾ ਤੇ ਉਸ ਤੋਂ ਬਾਅਦ ਉਹ ਕੋਈ ਇਹ ਚੀਜ਼ ਹੋ ਜਾਂਦੀ। ਫਿਰ ਉਹਨੇ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਬੇਨਤਾ ਕਰਕੇ ਤੇ 40 ਦਿਨ ਦਾ ਪਾਠ ਰੱਖਿਆ ਸੀ। ਕਹਿੰਦਾ ਸੀ, ਉਹਦੇ ਸਟਾਰਟਿੰਗ ਦੀ ਗੱਲ ਦੱਸਣ ਲੱਗਾ, ਉਹਦੇ ਕਿਵੇਂ ਦਰਸ਼ਨ ਹੋਏ। 40 ਦਿਨ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਪਾਠ ਰੱਖਿਆ ਕਿ ਮੈਂ ਬਾਬਾ ਜੀ 40 ਦਿਨ ਜਪਜੀ ਸਾਹਿਬ ਦਾ ਜਿੰਨਾ ਅਭਿਆਸ ਹੋ ਸਕੇ ਮੈਂ ਕਰੂੰਗਾ ਤੇ ਤੁਸੀਂ ਦਰਸ਼ਨ ਦਿਓ, ਕਿਰਪਾ ਕਰਿਓ, ਆਪਣੀ ਮੌਜ ਨਾਲ ਦਿਓ। ਉਹਨੇ 40 ਦਿਨ ਜਾਪ ਕੀਤਾ। 40ਵੇਂ ਦਿਨ ਜਿਸ ਦਿਨ ਅਰਦਾਸ ਕਰਨੀ ਸੀ ਉਸ ਦਿਨ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਹੁੰਦੇ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਫਿਰ ਉਸ ਵੇਲੇ ਸਿੰਘ ਨੂੰ ਕਿਹਾ ਸੀ, ਇਸ ਨੂੰ ਵੀ ਤੂੰ ਗਾਂ ਭੇਦ ਨਾ ਖੋਲੀ। ਚਲੋ ਉਹ ਤਾਂ ਹੁਣ ਸਰੀਰ ਛੱਡ ਗਿਆ, ਮੈਂ ਤਾਂ ਕਰਕੇ ਉਹਦਾ ਦੱਸਿਆ ਵੀ ਐਡੇ ਐਡੇ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਵਸਦੇ ਨੇ ਇਸ ਸ੍ਰਿਸ਼ਟੀ ਦੇ ਉੱਤੇ, ਤਾਂ ਹੀ ਉਹ ਸਾਡਾ ਭਲਾ ਹੋ ਰਿਹਾ, ਤਾਂ ਹੀ ਉਹ ਇਹ ਜਿਹੜੀ ਸ੍ਰਿਸ਼ਟੀ ਹੈ ਖਾ ਰਹੀ ਹੈ, ਰੋਟੀ ਖਾ ਰਹੀ ਹੈ, ਰੱਜ ਰਹੀ ਹੈ, ਸਾਡਾ ਭਲਾ ਹੋ ਰਿਹਾ। ਨਹੀਂ ਤੇ ਉਹਨਾਂ ਕਰਕੇ ਨਹੀਂ ਹੋ ਰਿਹਾ ਜਿਹੜੇ ਸਵੇਰੇ ਕੰਮ 'ਤੇ ਜਾਂਦੇ, ਆਉਂਦੇ, ਬੱਚੇ ਪਾਲਦੇ, ਰਾਤ ਨੂੰ ਸੌਂ ਜਾਂਦੇ, ਸਵੇਰੇ ਫਿਰ ਕੰਮ 'ਤੇ ਜਾਂਦੇ, ਦਿਨੇ ਸਾਰੇ ਦਿਨ ਖੱਚਾਂ ਵੱਢਦੇ, ਸ਼ਾਮਾਂ ਨੂੰ ਸੌਂ ਜਾਂਦੇ। ਉਹਨਾਂ ਕਰਕੇ ਸੰਸਾਰ ਨਹੀਂ ਚੱਲਦਾ, ਉਹਨਾਂ ਕਰਕੇ ਧਰਤੀ 'ਤੇ ਭਾਰ ਹੈ। ਇਹ ਧਰਤੀ ਉਹਨਾਂ ਕਰਕੇ ਚੱਲਦੀ ਹੈ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ, ਸਿਰ ਨਹਾਉਂਦੇ ਨੇ, ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਨੇ, ਗੁਰੂ ਘਰ ਸੇਵਾ ਕਰਦੇ ਨੇ, ਸਾਰਾ ਦਿਨ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਸ੍ਰਿਸ਼ਟੀ ਦਾ ਭਲਾ ਮੰਗਦੇ ਨੇ, ਸਾਰਿਆਂ ਦਾ ਭਲਾ ਮੰਗਦੇ ਨੇ, ਸ਼ਾਮਾਂ ਨੂੰ ਬਾਣੀ ਪੜ੍ਹਦੇ ਨੇ, ਸੌਂਦੇ ਸੌਂਦੇ ਮਹਾਰਾਜ ਦੀ ਕਿਰਪਾ ਸਦਕਾ ਜਾਪ ਕਰਦੇ ਨੇ। ਇਹ ਉਹਨਾਂ ਕਰਕੇ ਧਰਤੀ ਵਸਦੀ ਹੈ। ਸੋ ਐਸੇ ਐਸੇ ਮਹਾਂਪੁਰਸ਼। ਸੋ ਜਦੋਂ ਕਹਿੰਦੇ 40 ਦਿਨ ਦਾ ਜਾਪ ਕੀਤਾ, ਫਿਰ ਬਾਬਾ ਜੀ ਨੇ ਦਰਸ਼ਨ ਦਿੱਤੇ। ਉਸ ਤੋਂ ਬਾਅਦ ਹੋਰ ਵੀ ਬੇਅੰਤ ਸਿੰਘਾਂ ਨੇ ਉਹਨਾਂ ਨੇ ਦਰਸ਼ਨ ਕੀਤੇ ਸੀ। ਇਹ ਮੇਰਾ ਮਿੱਤਰ ਸੀ ਜਿਨ੍ਹਾਂ ਸਾਡੀ ਵਾਰਤਾਲਾਪ ਇਹ ਚੱਲਦੀ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਉਸ ਵੇਲੇ ਕਹਿੰਦੇ ਸੀ, ਅਸੀਂ ਜਦੋਂ ਮੈਂ ਪੁੱਛਿਆ ਸੀ, ਮੈਂ ਕਿਹਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤੂੰ ਪੁੱਛਿਆ ਕਰ ਵੀ ਬਾਬਾ ਜੀ ਬਾਕੀ ਸਿੰਘਾਂ ਨੂੰ ਵੀ ਦਰਸ਼ਨ ਦਿਓ। ਤੇ ਉਹਨੇ ਜਦੋਂ ਪੁੱਛਿਆ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਕਹਿਣ ਲੱਗੇ ਕਿ ਬਾਕੀਆਂ ਦਾ ਇੰਨਾ ਜਪ ਤਪ ਨਹੀਂ, ਇੰਨਾ ਕੋਈ ਅਭਿਆਸ ਨਹੀਂ ਕਰਦਾ, ਇੰਨਾ ਕੋਈ ਬਾਣੀ ਨਾ ਪੜ੍ਹਦਾ, ਕਿਵੇਂ ਦਰਸ਼ਨ ਹੋਣ। ਸੋ ਫਿਰ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਅਸੀਂ ਕਰਨੇ ਸ਼ੁਰੂ ਕੀਤੇ ਸੀ, ਪਰ ਮਨ ਸਾਡੇ ਉੱਦਾਂ ਦੇ ਹੈ ਕਿ ਫਿਰ ਬੰਦਾ ਹਟ ਜਾਂਦਾ। ਫਿਰ ਖਾਲਸਾ ਜੀ ਇੱਕ ਵਾਰ ਉਹ ਸਿੰਘ ਨੇ ਸਾਨੂੰ ਦੱਸਿਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਉਹਨੇ ਪੁੱਛਿਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿ ਤੁਹਾਨੂੰ ਇੰਨਾ ਤੁਸੀਂ ਏਡੀ ਵੱਡੀ ਕੁਰਬਾਨੀ ਕੀਤੀ ਆ ਵੀ ਬਹੁਤ ਸੰਗਤ ਤੁਹਾਡੇ ਘਰ ਘਟ ਜਾਂਦੀ ਆ, ਕੀ ਚੱਕਰ, ਕਿਉਂ ਜਾਂਦੀ ਇੰਨੀ, ਮਤਲਬ ਸੰਗਤ ਕਿਉਂ ਨਹੀਂ ਤੁਹਾਨੂੰ ਮੰਨਦੀ ਵੀ ਇੰਨੀ ਦੁਨੀਆ ਆ ਤੇ ਉਹ ਇਹ ਤੁਸੀਂ ਏਡੀ ਵੱਡੀ ਕੁਰਬਾਨੀ ਕੀਤੀ ਆ, ਸੀਸ ਦੇ ਹੱਥ 'ਤੇ ਸੀਸ ਧਰ ਕੇ ਮਹਾਰਾਜ ਨੂੰ ਸੀਸ ਭੇਟ ਕੀਤਾ, ਜੰਗ ਕੀਤੀ, ਤੇ ਮਹਾਰਾਜ ਵੀ ਤੁਹਾਡੇ ਦਰ 'ਤੇ ਤੁਹਾਨੂੰ ਕੋਈ ਬਹੁਤੀ ਦੁਨੀਆ ਯਾਦ ਨਹੀਂ ਕਰਦੀ, ਤੁਹਾਡਾ ਨਾਂ ਤਾਂ ਘੱਟ ਹੀ ਲੈਂਦੀ ਹੈ। ਕਹਿੰਦੇ ਉਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨੂੰ ਕਹਿਣਾ ਕੀਤਾ ਸੀ ਵੀ ਸਮਾਂ ਆਊਗਾ ਫਿਰ ਉਸ ਦਿਨ ਲੋਕੀ ਸਾਡਾ ਹੀ ਨਾਂ ਲੈਣਗੇ, ਸ਼ਹੀਦਾਂ ਨੂੰ ਧੰਨ ਕਹਿਣਗੇ। ਸੋ ਖਾਲਸਾ ਜੀ ਮੈਂ ਤਾਂ ਸੁਣਾਈ, ਅੱਜ ਬੈਠੇ ਬੈਠੇ ਨੂੰ ਮੈਨੂੰ ਵਿਚਾਰ ਆਈ ਕਿ ਅੱਜ ਉਹ ਸਮਾਂ ਹੈ। ਉਹ ਸਿੰਘ ਤੇ ਵਿਚਾਰਾ ਚੜ੍ਹਾਈ ਕਰ ਗਿਆ, ਪਰ ਅੱਜ ਮੈਂ ਇੱਕ ਦਿਨ ਮੈਨੂੰ ਉਹਦੀ ਯਾਦ ਆਉਣ ਡਈ ਸੀ ਅੱਜ ਬੈਠੇ ਨੂੰ, ਤੇ ਮੈਂ ਤਾਂ ਕਰਕੇ ਹੱਡ ਬੀਤੀ ਬੋਲੀ। ਉਹ ਕਹਿੰਦਾ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਕਹਿਣਾ ਕੀਤਾ ਸਮਾਂ ਆਊਗਾ ਸਾਰੇ ਲੋਕ ਹੂਮ ਹਮਾ ਕੇ ਬਾਬਾ ਦੀਪ ਸਿੰਘ ਸਾਹਿਬ ਕੋਲ ਜਾਣਗੇ, ਮਤਲਬ ਮੇਰੇ ਕੋਲ ਆਇਆ ਕਰਨਗੇ, ਬਾਬਾ ਜੀ ਨੇ ਦੱਸਿਆ। ਸੋ ਅੱਜ ਵੇਖ ਲਓ ਖਾਲਸਾ ਜੀ, ਦੂਰ ਦੂਰ ਤੱਕ ਲੈਣਾ ਲੱਗੀਆਂ ਹੁੰਦੀਆਂ ਨੇ, ਬੈਠਣ ਨੂੰ ਜਗ੍ਹਾ ਨਹੀਂ ਉੱਥੇ ਮਿਲਦੀ। ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਟਾਹਲਾ ਸਾਹਿਬ ਹੋਇਆ, ਸ਼ਹੀਦਗੰਜ ਸਾਹਿਬ ਹੋਇਆ, ਜਾਂ ਇੱਥੋਂ ਤੱਕ ਕਿ ਬਾਬਾ ਦੀਪ ਸਿੰਘ ਸਾਹਿਬ ਦਾ ਜਿਹੜਾ ਬੁੰਗਾ ਦਰਬਾਰ ਸਾਹਿਬ, ਉੱਥੇ ਵੀ ਬੜੀ ਸੰਗਤ ਬੈਠਦੀ ਹੈ। ਸੋ ਅੱਗੇ ਬਾਬਾ ਨੋਹ ਸਿੰਘ ਦਾ ਸਮਾਧਾ ਹੋਇਆ, ਲਕੀਰ ਸਾਹਿਬ ਹੋਇਆ, ਲਲਕਾਰ ਸਾਹਿਬ ਹੋਇਆ, ਸਾਰੇ ਗੁਰਦੁਆਰੇ ਜਿੰਨੇ ਨੇ ਉੱਥੇ ਬੇਅੰਤ ਸੰਗਤ ਜਾਂਦੀ ਹੈ। ਸੋ ਇਹ ਸ਼ਹੀਦਾਂ ਦੀ ਕਿਰਪਾ। ਸੋ ਇੱਦਾਂ ਖਾਲਸਾ ਜੀ ਉਹ ਵੀਰ ਨੇ ਪੁੱਛਣਾ ਕੀਤਾ ਸੀ ਵੀ ਸ਼ਹੀਦਾਂ ਨੂੰ ਸੰਗਤ ਜ਼ਿਆਦਾ ਨਹੀਂ ਮੰਨਦੀ। ਫਿਰ ਉਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਨੇ ਕਹਿਣਾ ਕੀਤਾ ਸੀ ਵੀ ਸਮਾਂ ਆਵੇਗਾ ਲੋਕ ਮੰਨਣਗੇ। ਸੋ ਅੱਜ ਮੰਨਦੇ ਪਏ ਨੇ। ਅੱਜ ਚੇਤਾ ਆ ਰਿਹਾ ਸੀ, ਇਸ ਕਰਕੇ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਸੁਣਾਉਣਾ ਕੀਤੀ ਕਿ ਮੇਰੇ ਨਾਲ ਹੋਈਆਂ, ਮੇਰਾ ਮਿੱਤਰ ਸੀ ਸਿੰਘ ਜਿਹਦੇ ਨਾਲ ਇਹ ਖੇਡਾਂ ਵਰਤੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਬੜੇ ਬੇਅੰਤ ਨੇ। ਮਹਾਰਾਜ ਦੀ ਬਾਣੀ ਪੜ੍ਹਿਆ, ਮਹਾਰਾਜ ਦਾ ਨਾਮ ਜਪਿਆ ਸੁੱਖ ਪ੍ਰਾਪਤ ਹੁੰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਹੇ ਮੇਰੀ ਜੇਬਾ ਇਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਕਰਦੀ ਰਿਹਾ ਕਰ। ਕਿਉਂਕਿ ਮਹਾਰਾਜ ਕਹਿੰਦੇ ਅਨਕ ਬਾਰ ਕਰ ਬੰਧਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਣ। ਸੰਗਤ ਵਿੱਚ ਜਾ ਕੇ ਸੰਗਤ ਨੂੰ ਨਮਸਕਾਰ ਕਰੋ, ਸੰਗਤ ਦੇ ਜੋੜੇ ਝਾੜੋ, ਪੱਖਾ ਚੱਲੋ, ਪਾਣੀ ਪਿਆਵੋ, ਸੰਗਤ ਨੂੰ ਧੰਨ ਕਹੋ, ਕਿਉਂਕਿ ਸੰਗਤ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਚਰਨ ਵਸਦੇ ਨੇ, ਪਰਮੇਸ਼ਰ ਜੀ ਆਪ ਵਸਦੇ ਨੇ। ਸੋ ਖਾਲਸਾ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਹੀ ਪ੍ਰਾਪਤੀ ਹੁੰਦੀ ਹੈ, ਸੋਝੀ ਆਉਂਦੀ ਹੈ। ਜਿਨ੍ਹਾਂ ਨੂੰ ਆ ਜਾਂਦੀ ਹੈ ਉਹਨਾਂ ਨੂੰ ਫਿਰ ਸੁੱਖ ਪ੍ਰਾਪਤ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤ੍ਰਿਸ਼ਨ ਨਾ ਬੂਝੀ ਬਹੁ ਰੰਗ ਮਾਇਆ, ਨਾਮ ਲੈ ਤਾਂ ਸਰਬ ਸੁਖ ਪਾਇਆ। ਸਿਰਫ ਇੱਕ ਨਾਮ ਹੀ ਹੈ ਪਰਮੇਸ਼ਰ ਦਾ, ਵਾਹਿਗੁਰੂ ਵਾਹਿਗੁਰੂ ਜੱਪੀ ਚੱਲੋ। ਹਿੰਦੂ ਹੋ ਤਾਂ ਰਾਮ ਰਾਮ ਜੱਪੀ ਚੱਲੋ, ਜਾਂ ਮੁਸਲਮਾਨ ਹੋ ਤਾਂ ਅੱਲਾਹੂ ਅੱਲਾਹੂ ਜੱਪੀ ਜਾਓ, ਪਰ ਇਹ ਪਰਮੇਸ਼ਰ ਇੱਕੋ ਦੇ ਨਾਮ ਨੇ। ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਨਾਮ ਨੂੰ ਜਪਿਆਂ ਹੀ ਸੁੱਖ ਪ੍ਰਾਪਤ ਹੋ ਸਕਦਾ, ਉਹਦੇ ਨਾਮ ਤੋਂ ਬਿਨਾਂ ਕੋਈ ਸੁੱਖ ਨਹੀਂ।
ਉਹ ਤੋਂ ਉਹਦੇ ਨਾਮ ਤੋਂ ਬਿਨਾਂ ਸੁੱਖ ਵਰਤ ਹੀ ਨਹੀਂ ਸਕਦਾ, ਕਿਉਂਕਿ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ। ਹੁਣ ਕਈ ਲੋਕ ਕਹਿੰਦੇ ਨੇ ਕਿ ਨਾਮ ਵਿੱਚ ਕੀ ਰੱਖਿਆ। ਦੇਖੋ ਖਾਲਸਾ ਜੀ, ਮੰਨ ਲਓ ਤੁਸੀਂ ਘਰ ਦੇ ਵਿੱਚ 4 ਜੀ ਹੋ, ਅਤੇ ਜੇ ਕਿਸੇ ਇੱਕ ਜੀ ਨੂੰ ਆਵਾਜ਼ ਮਾਰਨੀ ਹੈ ਤਾਂ ਆਪਾਂ ਕੀ ਕਹਿੰਦੇ ਆ, ਉਹਦਾ ਨਾਂ ਲੈਂਦੇ ਆ। ਮੰਨ ਲਓ ਇੱਕ ਬੰਦਾ ਤੁਹਾਡੇ ਘਰ ਦੇ ਬਾਹਰ ਖੜਾ, ਇੱਕ ਛੱਤ 'ਤੇ ਖੜਾ, ਤੁਸੀਂ ਦੋਵਾਂ ਨੂੰ ਬੁਲਾਉਣਾ ਹੈ। ਦੋਵਾਂ ਨੂੰ ਕਿਵੇਂ ਬੁਲਾਓਗੇ? ਇਸ਼ਾਰਾ ਤਾਂ ਉੱਥੋਂ ਕਰ ਨਹੀਂ ਸਕਦੇ, ਤੁਸੀਂ ਅੰਦਰ ਬੈਠੇ ਹੋ, ਅੰਦਰ ਬੈਠੇ ਤੁਸੀਂ ਉਹਨੂੰ ਆਵਾਜ਼ ਦਿਓਗੇ। ਜਿਹੜਾ ਬਾਹਰ ਖਲੋਤਾ ਉਹਦਾ ਵੀ ਨਾਂ ਲੈ ਕੇ ਆਵਾਜ਼ ਦਿਓਗੇ, ਜਿਹੜਾ ਛੱਤ 'ਤੇ ਚੜ੍ਹਿਆ ਉਹਦਾ ਵੀ ਨਾਂ ਲੈ ਕੇ ਆਵਾਜ਼ ਦਿਓ, ਅਤੇ ਫਿਰ ਉਹ ਜਵਾਬ ਦਿੰਦਾ। ਜਦੋਂ ਉੱਥੋਂ ਤੱਕ ਤੁਹਾਡੀ ਆਵਾਜ਼ ਪਹੁੰਚ ਗਈ ਤਾਂ ਉਹ ਤੁਹਾਨੂੰ ਜ਼ਰੂਰ ਜਵਾਬ ਦੇਵੇਗਾ। ਜਦੋਂ ਤੁਹਾਡੀ ਆਵਾਜ਼ ਅੰਦਰੋਂ ਤੁਸੀਂ ਬੋਲਿਆ ਬਾਹਰ ਵਾਲੇ ਨੂੰ ਸੁਣ ਗਈ ਹੈ, ਉਸ ਵੇਲੇ ਉਹ ਜਵਾਬ ਦੇਵੇਗਾ। ਇੱਦਾਂ ਹੀ ਪਰਮੇਸ਼ਰ ਹੈ, ਜਦੋਂ ਤੁਹਾਡੀ ਆਵਾਜ਼, ਤੁਹਾਡੀ ਅਰਦਾਸ, ਤੁਹਾਡਾ ਜਪਿਆ ਹੋਇਆ ਨਾਮ ਉਸ ਪਰਮੇਸ਼ਰ ਵਾਹਿਗੁਰੂ ਦੇ ਕੰਨਾਂ ਤੱਕ ਪਹੁੰਚ ਗਿਆ, ਉਦੋਂ ਉਹਨੇ ਤੁਹਾਨੂੰ ਆਵਾਜ਼ ਦੇ ਦੇਣੀ ਹੈ, ਉਦੋਂ ਤੁਹਾਨੂੰ ਦਰਸ਼ਨ ਦੇ ਦੇਣੇ ਨੇ, ਉਦੋਂ ਤੁਹਾਡੀਆਂ ਅਰਦਾਸਾਂ ਪੂਰੀਆਂ ਕਰ ਦੇਣੀਆਂ। ਉਹਨਾਂ ਚਿਰ ਉਹ ਅੰਦਰ ਨਹੀਂ ਬੰਦੇ ਆ ਸਕਦੇ ਜਿੰਨਾ ਚਿਰ ਉਹਦੇ ਕੰਨੀ ਆਵਾਜ਼ ਨਾ ਪਵੇ। ਸੋ ਖਾਲਸਾ ਜੀ, ਜਦੋਂ ਅਰਦਾਸ ਤੁਹਾਡੀ ਪਰਮੇਸ਼ਰ ਤੱਕ ਪਹੁੰਚ ਗਈ, ਤੁਸੀਂ ਅਰਦਾਸਾਂ ਬੇਨਤੀਆਂ ਕਰਦੇ ਹੋ, ਤੁਹਾਡੀਆਂ ਪੂਰੀਆਂ ਨਹੀਂ ਹੋ ਰਹੀਆਂ, 2-4 ਸਾਲ 5 ਸਾਲ 10 ਸਾਲ ਹੋ ਗਏ ਨੇ, ਪਰ ਉਹ ਤੁਹਾਡੀ ਆਵਾਜ਼ ਹੀ ਉੱਥੋਂ ਤੱਕ ਨਹੀਂ ਪਹੁੰਚ ਰਹੀ, ਅਰਦਾਸ ਕਿਵੇਂ ਪੂਰੀ ਹੋਵੇ? ਉੱਥੋਂ ਤੱਕ ਆਵਾਜ਼ ਪਹੁੰਚਾਉਣੀ ਹੈ ਅਤੇ ਸ਼ਰਧਾ ਰੱਖਣੀ ਪੈਣੀ ਹੈ। ਸ਼ਰਧਾ ਨਾਲ ਆਵਾਜ਼ ਜਿਹੜੀ ਉੱਥੋਂ ਤੱਕ ਪਹੁੰਚਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਸੁੱਖ ਪ੍ਰਾਪਤ ਹੋਵੇ। ਆਉਣ ਵਾਲਾ ਸਮਾਂ ਭਿਆਨਕ ਹੈ, ਬਾਣੀ ਪੜ੍ਹੋ ਜਿੰਨੀ ਪੜ੍ਹ ਸਕਦੇ ਹੋ। ਆਉਣ ਵਾਲਾ ਸਮਾਂ ਇਹ ਨਹੀਂ ਕਿ ਸਾਲ ਹੈ, 2 ਸਾਲ ਹੈ, 3 ਸਾਲ ਹੈ, ਕੀ ਪਤਾ ਮਹੀਨਾ ਹੈ, 2 ਮਹੀਨੇ ਹੈ, 15 ਦਿਨ ਹੈ, 20 ਦਿਨ ਹੈ, 6 ਮਹੀਨੇ ਹੈ। ਇਹ ਤੋਂ ਪਹਿਲਾਂ ਕੁਛ ਨਾ ਕੁਛ ਸ੍ਰਿਸ਼ਟੀ 'ਤੇ ਵਰਤੇਗਾ। ਹੁਣ ਸਮਾਂ ਉਵੇਂ ਦਾ ਹੈ ਖਾਲਸਾ ਜੀ, ਪੰਛੀ ਧਰਤੀ ਤੋਂ ਗਾਇਬ ਹੋ ਚੁੱਕੇ ਨੇ। ਸੋ ਮਹਾਰਾਜ ਦੀ ਕਿਰਪਾ ਸਦਕਾ ਹੁਣ ਇਹ ਗੱਲ ਕਰਾਂਗਾ ਅਤੇ ਲੋਕੀ ਕਹਿਣਗੇ ਸਾਡੇ ਤਾਂ ਕੰਧਾਂ 'ਤੇ ਬੈਠੇ ਨੇ, ਪਰ ਬਹੁਤਾ ਪੰਛੀ ਜਿਹੜਾ ਗਾਇਬ ਹੀ ਹੈ, ਇਹ ਆਉਣ ਵਾਲੇ ਸਮੇਂ ਦੀਆਂ ਨਿਸ਼ਾਨੀਆਂ ਨੇ। ਸੋ ਸਤਿਗੁਰੂ ਭਲਾ ਕਰਨ, ਸਾਰਿਆਂ ਨੂੰ ਮਹਾਰਾਜ ਸੁੱਖ ਵਰਤਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।